ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਡਾਕਟਰ ਸਟੈਲਾ ਕਰਾਮਿਰ ਦੇ 4 ਲੇਖਾਂ ਦਾ ਪੰਜਾਬੀ ਵਿੱਚ ਉਲੱਥਾ ਕੀਤਾ ਸੀ, ਜੋ ਕਿ ਰਸਕ ਕਿਰਤ ਨਾਲ ਸੰਬੰਧਿਤ ਸਨ। ਸੋ ਆਪ ਜੀ ਨੇ ਆਪਣੇ ਅਨੁਭਵ ਵੀ ਰਸਕ ਕਿਰਤ ਦੇ ਇਸ ਲੇਖ ਵਿੱਚ ਦਰਜ ਕੀਤਾ ਹੈ। ਆਓ ਉਸ ਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਯੂਨਾਨ ਥੀ ਛੁੱਟ ਈਸਾਈਅਤ ਦੇ ਆਵੇਸ਼ ਤੇ ਭਗਤੀ ਦੇ ਵਲਵਲਿਆਂ ਨਾਲ ਇੱਕ ਰਸਕ ਕਿਰਤ ਦੀ ਕੁੱਲ ਯੂਰਪ ਦੀ ਜਾਗ ਇਟਲੀ ਦੀ ਈਸਾਈ ਮਤ ਦੀ ਰਸਕ ਕਿਰਤ ਥੀ ਆਰੰਭ ਹੋਈ। ਇਸ ਵਿੱਚ ਬੜੇ ਵਿਖਿਆਤ ਚਿੱਤਰਕਾਰ ਭਗਤੀ ਭਾਵ ਨਾਲ ਨਕੋ ਨਕ ਭਰੇ ਹੋਏ ਨੈਣਾਂ ਵਿੱਚ ਅਥਰੂ ਲੈ ਕੇ ਆਪਣੇ ਬ੍ਰਸ਼ਾਂ ਨੂੰ ਜੋਰਡਨ ਦੇ ਪਵਿੱਤਰ ਪਾਣੀ ਵਿੱਚ ਬੜੇ ਅਦਬਾਂ ਤੇ ਰਸਮਾਂ ਨਾਲ ਡੋਬਦੇ ਸਨ ਤੇ ਅਕਹਿ ਭਾਵਾਂ ਵਿੱਚ ਆ ਕੇ ਈਸਾ ਤੇ ਮਰੀਅਮ ਦੀਆਂ ਤਸਵੀਰਾਂ ਖਿੱਚਦੇ ਸਨ। ਕੁੱਲ ਯੂਰਪ ਵਿੱਚ ਯੂਨਾਨ ਦੀ ਸੁਹਣਪ ਦਾ 94ਵਾਂ ਆਦਰਸ਼ ਕਿ ਨਕਸ਼ ਤੇ ਅੰਗ ਸਭ ਆਪਣੀ ਸਡੋਲ ਪੂਰਨਤਾ ਵਿੱਚ ਹੋਣੇ ਚਾਹੀਏ ਰਾਜ ਦੱਸਦਾ ਹੈ ਤੇ ਉੱਥੇ ਬਾਹਰਲੇ ਚਿੰਨ੍ਹਾਂ ਦੀ ਸੁਹਣਪ ਤੇ ਅੰਗਾਂ ਦੀ ਬਨੋਟ ਦਾ ਗਿਆਨ ਪੂਰਾ ਵਰਤਿਆ ਜਾਂਦਾ ਹੈ। ਪਰ ਪੂਰਬੀ ਦੇਸ਼ਾਂ ਵਿੱਚ ਬਾਹਰਲੇ ਚਿੰਨ੍ਹਾਂ ਤੇ ਨੁਹਾਰਾਂ ਦਾ ਕੋਈ ਖਿਆਲ ਨਹੀਂ ਕੀਤਾ ਜਾਂਦਾ। ਇੱਥੇ ਇੱਕ ਮਿੱਟੀ ਦੇ ਢੇਲੇ ਨੂੰ ਵੀ ਦਾਤਾ ਜੀ ਦੀ ਮਿਹਰ ਨਾਲ ਰੂਪ ਰੰਗ ਅਕਹਿ ਸੁਹਣਪ ਦਾ ਚੜ੍ਹ ਜਾਂਦਾ ਹੈ। ਇੱਕ ਮਾਸ ਦਾ ਕਰੂਪ ਕਾਲਾ ਪਹਾੜ ਵੀ ਦਾਤਾ ਜੀ ਦੀ ਮਿਹਰ ਨਾਲ ਸਮਾਧੀ ਲੂੰ ਵਿੱਚ ਪਰੋ ਕੇ ਤਾਰਿਆਂ ਨੂੰ ਆਪਣੀ ਜਗਮਗ ਕਰਦੀ ਛਵੀ ਨਾਲ ਮਾਤ ਕਰ ਦਿੰਦਾ ਹੈ। ਪੂਰਬ ਵਿੱਚ ਅੰਦਰ ਪੱਟ ਬਾਹਰ ਗੁੱਦੜ ਦਾ ਆਦਰਸ਼ ਇਸੀ ਕਰਕੇ ਬਣਿਆ ਹੈ। ਆਮ ਲੋਕੀ ਦੇਖਦੇ ਹਨ ਕਿ ਹਿੰਦੁਸਤਾਨ ਦੇ ਕਈ ਇੱਕ ਰਸਕ ਕਿਰਤ ਦੀਆਂ ਮੂਰਤੀਆਂ ਦੇ ਕਈ ਹੱਥ ਪੈਰ ਹੁੰਦੇ ਹਨ ਤੇ ਡੀਲ ਡੋਲ ਦਿਸਦੀ ਜਿਸਮਾਨੀ ਅੰਗਿਕ ਡੋਲ ਦਾ ਝਾਵਲਾ ਜਿਹੀ ਹੁੰਦੀ ਹੈ। ਐਨ ਠੀਕ ਬਾਹਰਲੀ ਜਿਸਮੀ ਅੰਗਿਕ ਬਨਾਵਟ ਨਾਲ ਕਿਧਰੇ ਵੀ ਨਹੀਂ ਮਿਲਦੀ। ਯੂਨਾਨ ਥੀ ਐਨ ਉਲਟ ਹੁੰਦੀ ਹੈ। ਇਹ ਫਰਕ ਪੂਰਬ ਤੇ ਪੱਛਮ ਦੇ ਚੌਗਿਰਦੇ ਤਬੀਅਤ ਅਧਿਆਤਮ ਅਨੁਭਵਾਂ ਦੇ ਫਰਕ ਦਾ ਹੈ। ਇਹ ਗੱਲ ਨਹੀਂ ਕਿ ਇੱਥੇ ਰਸਕ ਕਿਰਤੀਆਂ ਨੂੰ ਅੰਗ ਜੋੜ ਤੋੜ ਵਿਦਿਆ ਨਹੀਂ ਸੀ ਆਉਂਦੀ ਜਾਂ ਉਹਨਾਂ ਸਿੱਖੀ ਨਹੀਂ ਸੀ। ਉਹਨਾਂ ਨੂੰ ਉਹਨਾਂ ਦੇ ਆਪਣੀ ਰਸਕ ਕਿਰਤ ਦੀ ਚਾਲ ਤੇ ਇਹਦੀ ਅੰਗਿਕ ਉਠਾਨ ਤੇ ਵਾਧੇ ਵਿੱਚ ਕਦੀ ਯੂਰਪ ਵਾਲੇ ਬਾਹਰਲੇ ਜਿਸਮੀ ਬਨਾਵਟ ਦੇ ਯਥਾਰਥ ਗਿਆਨ ਦੀ ਲੋੜ ਹੀ ਨਹੀਂ ਪਈ। ਇਹ ਗੱਲ ਕੁਝ ਇਉਂ ਤੱਕਣੀ ਚਾਹੀਦੀ ਹੈ। ਭਗਤੀ ਦੇ ਭਾਵ ਲਈ ਪੱਛਮ ਦੇ ਵਿਗਿਆਨਕ ਵਿਦਿਆ ਦੇ ਸਾਰੇ ਵਿਸਤਾਰ ਦੀ ਜੇ ਲੋੜ ਕਿਸੇ ਮੁਲਕ ਨੂੰ ਨਹੀਂ ਹੋਈ, ਤਦ ਉਸ ਦੀ ਅਪੂਰਨਤਾ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਸ ਮੁਲਕ ਵਿੱਚ ਭਗਤੀ ਭਾਵ ਦੇ ਪ੍ਰਗਟ ਕਰਨ ਵਿੱਚ ਕਦੀ ਕਿਸੇ ਤਰ੍ਹਾਂ ਦੀ ਨੂਨਤਾ ਹੋ ਸਕਦੀ ਹੈ। ਹਰ ਇੱਕ ਮੁਲਕ ਆਪਣੀ ਰਸਕ ਕਿਰਤ ਆਪਣੇ ਅੰਦਰੀਵ ਦੀ ਅੰਗਿਕ ਲੋੜ ਅਨੁਸਾਰ ਜੰਮੀ ਪਲੀ ਤੇ ਵਧੀ ਤੇ ਚੂੰਕਿ ਮੰਤਰ ਰੂਪ ਹੈ, ਇਸ ਲਈ ਹਰ ਇੱਕ ਮੁਲਕ ਦੇ ਮੰਤਰ ਸਮਝ ਕੇ ਉਸ ਕਿਰਤ ਦੀ ਅਨੇਕ ਤਰ੍ਹਾਂ ਦੀ ਲਖਣਤਾ ਦਾ ਪੂਰਾ ਪਤਾ ਚੱਲ ਸਕਦਾ ਹੈ। ਸਾਨੂੰ ਗਣੇਸ਼ ਦਾ ਹਾਥੀ ਸਿਰ ਆਦਿ ਦੇਖ ਕੇ ਹੀ ਇਸ ਰਸਕ ਕਿਰਤ ਨੂੰ ਸੁੱਟ ਪਾਣਾ ਆਪਣੀ ਉਸ ਰਸਕ ਕਿਰਤੀ ਦੀ ਬੋਲੀ ਤੇ ਮੰਤਰ ਦੀ ਨਾਵਾਕਬੀ ਦੇ ਸਿਵਾ ਹੋਰ ਕੋਈ ਅਰਥ ਨਹੀਂ ਰੱਖਦੀ। ਪੂਰਬ ਦੇ ਰਸਕ ਕਿਰਤੀ ਲਈ ਸਰੀਰ ਤੇ ਸ਼ਕਲਾਂ ਤੇ ਕੁਦਰਤੀ ਪਦਾਰਥ ਪੇੜ ਦਰਿਆ ਪਹਾੜ ਸਭ ਝਾਂਵਲੇ ਜਿਹੇ ਹਨ। ਨੇੜਿਓਂ ਹੋਰ ਦੂਰੋਂ ਹੋਰ ਉੱਪਰੋਂ ਹੋਰ ਹੇਠੋਂ ਹੋਰ। ਇਹ ਬਾਹਰਲੀਆਂ ਸ਼ਕਲਾਂ ਸਿਰਫ ਕਿਸੇ ਹੋਰ ਪਦਾਰਥ ਦੇ ਮੁਕਾਬਲੇ ਤੇ ਰਿਸ਼ਤੇ ਵਿੱਚ ਕਿਸੇ ਇੱਕ ਰੂਪ ਵਿੱਚ ਦਿਸਦੀਆਂ ਹਨ, ਨਹੀਂ ਤਾਂ ਇਹਨਾਂ ਦਾ ਕੋਈ ਰੂਪ ਹੀ ਨਹੀਂ। ਇੱਕ ਬਿਰਖ ਨੂੰ ਖੁਰਦਬੀਨ ਨਾਲ ਤੱਕੋ ਤਾਂ ਕੀ ਦਿਸੇਗਾ? ਇੱਕ ਪੱਤੇ ਦੇ ਨਿੱਕੇ ਜਿਹੇ ਨੁਕਤੇ ਵਿੱਚ ਇੱਕ ਜਾਲ ਤਣਿਆ ਹੋਇਆ। ਇਉਂ ਹੀ ਅੱਖ ਨਾਲ ਇੱਕ ਥਾਂ ਥੀ ਕਿਸ ਤਰ੍ਹਾਂ ਦੂਜੀ ਥਾਂ ਥੀ ਕਿਸ ਤਰ੍ਹਾਂ ਦਿਸਦਾ ਹੈ। ਸੋ ਪੂਰਬੀ ਰਸਕ ਕਿਰਤੀ ਨੇ ਆਪਣੀ ਕਿਰਤ ਵਿੱਚ ਕੁਦਰਤੀ ਪਦਾਰਥਾਂ ਦੀ ਕੋਈ ਖਾਸ ਨੁਹਾਰ ਕਾਇਮ ਨਹੀਂ ਕੀਤੀ। ਨੁਹਾਰ ਉਹ ਕੇਵਲ ਇਸ ਧਿਆਨ ਸਿੱਧ ਭੇਦ ਦੀ ਕਾਇਮ ਕਰਦਾ ਹੈ ਜਿਹੜਾ ਉਹਨੂੰ ਆਪਣੇ ਅਨੁਭਵ ਦੁਆਰਾ ਕਾਇਮ ਰਹਿਣ ਵਾਲਾ ਸੱਚ ਦਿਸਦਾ ਹੈ ਤੇ ਉਸ ਵੇਲੇ ਦੇ ਸੱਚ ਨੂੰ ਦਸਾਉਣ ਲਈ ਉਹਦੀ ਲਖਿਅਤਾ ਲਈ ਉਹ ਕੁੱਲ ਪਦਾਰਥ ਕੁਦਰਤ ਤੇ ਮਨੁੱਖ ਦੇ ਸਿਲਸਿਲੇ ਦੇ ਆਪ ਮੁਹਾਰਾ ਵਰਤਦਾ ਹੈ ਤੇ ਹੂ ਬਹੂ ਉਹ ਨੁਹਾਰਾਂ ਖਿੱਚ ਕੇ ਧਰ ਦਿੰਦਾ ਹੈ ਜਿਹੜੀਆਂ ਉਸ ਘੜੀ ਉਸ ਦੇ ਟਿਕਾ ਤੇ ਲਗਾਵ ਦੀਆਂ ਸਨ ਤੇ ਜਿਸ ਤਰ੍ਹਾਂ ਉਹਨੂੰ ਦਿਸੀਆਂ ਸਨ। ਜੇ ਇੱਕ ਵਿਰਖ ਦਾ ਸ਼ਾਮ ਵੇਲੇ ਦੇ ਹਨੇਰ ਵਿੱਚ ਇਹੋ ਜਿਹਾ ਝਾਵਲਾ ਦਿਸਿਆ
ਕਿ ਇੱਕ ਕਾਲਾ ਤੰਨਾ ਹੈ ਜਿਸ ਨਾਲ ਉੱਪਰ ਕਾਲੇ ਬੱਦਲਾਂ ਦਾ ਸਿਰਟੋਪ ਜਿਹਾ ਹੈ, ਤਦ ਉਹ ਉਸੀ ਤਰ੍ਹਾਂ ਪੇੜ ਦੀ ਤਸਵੀਰ ਪਾ ਦੇਗਾ। ਪਤੇ ਕੁਛ ਨਹੀਂ। ਇੱਕ ਐਸਾ ਝਾਵਲਾ ਜਿਸ ਥੀ ਸਭ ਨੂੰ ਇਹ ਪਤਾ ਲੱਗ ਜਾਸੀ ਕਿ ਬਿਰਖ ਹੈ, ਤੇ ਕਿਸੇ ਖਾਸ ਵੇਲੇ ਕਿਸੇ ਖਾਸ ਸੰਬੰਧ ਵਿੱਚ ਜਿਵੇਂ ਦਿਸਿਆ ਉਂਝ ਹੂਬਹੂ ਚਿੱਤਰ ਅੰਕਿਤ ਕੀਤਾ ਹੈ, ਪਰ ਉਹਦੇ ਅੰਗਾਂ ਦੀ ਪੱਤਿਆਂ ਦੀ ਕੋਈ ਨੁਹਾਰ ਸ਼ਕਲ ਨਹੀਂ ਲੱਭੇਗੀ। ਉਹਦਾ ਦੱਸਣਾ ਦਾ ਤਾਤਪਰਜ ਹੀ ਨਹੀਂ। ਪਰ ਯੂਰਪ ਦੀ ਰਸਕ ਕਿਰਤ ਵਿੱਚ ਖਿੱਚੀ ਬਨਸਪਤੀ ਦੇ ਪੱਤਿਆਂ ਥੀ ਤੁਸੀਂ ਉਸ ਵਿਰਖ ਦਾ ਨਾਂ ਤੱਕ ਦੱਸ ਸਕੋਗੇ। ਇਸ ਫਰਕ ਨੂੰ ਡਾਕਟਰ ਮਿਸ ਸਟੈਲਾ ਕ੍ਰਾਮਰਸ ਨੇ ਖੂਬ ਖੁੱਲ੍ਹਾ ਕਰਕੇ ਦੱਸਿਆ ਹੈ। ਜਿਵੇਂ ਮੈਂ ਆਖ ਆਇਆ ਹਾਂ, ਉੱਚੇ ਦਰਜੇ ਦੀ ਰਸਕ ਕਿਰਤ ਵਿੱਚ ਸਾਨੂੰ ਬਾਹਰਮੁਖੀ ਕਰ ਦੇਣ ਵਾਲੀ ਖਿਚਾਵਟ ਦਾ ਅਭਾਵ ਹੋਣਾ ਜ਼ਰੂਰੀ ਹੈ। ਇਸ ਨੁਕਤੇ ਖਿਆਲ ਥੀ ਦੇਖੋ, ਉਹ ਸਾਧ ਜੋ ਵੈਰਾਗੇ ਰੰਗ ਵਿੱਚ ਸ਼ਿੰਗਾਰ ਦੇ ਕੱਪੜੇ ਲਾ ਕੇ ਰਾਖ ਨਾਲ ਮਲਦਾ ਹੈ ਤੇ ਆਪਣੇ ਆਪ ਦੇ ਬਾਹਰਲੇ ਨੂੰ ਨਿੰਦਿਤ ਕਰਦਾ ਹੈ, ਜੇ ਉਹਦੇ ਅੰਦਰ ਆਤਮਕ ਰਸ ਭਰਿਆ ਹੋਵੇ ਤਦ ਉਸ ਰਸ ਨੂੰ ਛੁਪਣ ਵਿੱਚ ਉਹ ਇੱਕ ਰਸਕ ਕਿਰਤ ਕਰ ਰਿਹਾ ਹੈ। ਜਿਵੇਂ ਕਿਸੇ ਕਿਰਨ ਨੂੰ ਅੱਗੇ ਪਿੱਛੇ ਹਨੇਰਾ ਕਰਕੇ ਤੱਕ ਰਿਹਾ ਹੈ, ਉਹ ਤਾਂ ਕੁਛ ਰਸਕ ਕਿਰਤ ਹੋਈ, ਪਰ ਜਿਸ ਅੰਦਰ ਰਸ ਵੀ ਨਹੀਂ ਤੇ ਆਪਣੇ ਬਾਹਰ ਨੂੰ ਸ਼ਿੰਗਾਰ ਰੰਗ ਵਿੱਚ ਸੰਵਾਰਦਾ ਹੈ, ਉਹ ਸਾਡੀ ਬਿਰਤੀਆਂ ਨੂੰ ਬਾਹਰਮੁਖੀ ਕਰਨ ਦੇ ਸਿਵਾ ਹੋਰ ਕੀ ਅਸਰ ਪਾ ਸਕਦਾ ਹੈ। ਉਹ ਤੀਵੀਂ ਜਿਹਦਾ ਅੰਦਰ ਸੋਹਣਾ ਨਹੀਂ, ਜੇ ਗਹਿਣਿਆਂ ਨਾਲ ਆਪਣੇ ਆਪ ਨੂੰ ਸਜਾਉਂਦੀ ਹੈ ਤਦ ਸਿਵਾਏ ਉਹਦੇ ਇਸ ਕਰਨ ਦਾ ਤਾਤਪਰਜ ਇਹ ਹੋਵੇ ਕਿ ਅੱਖ ਦੁਆਰਾ ਸਾਡੀ ਬਿਰਤੀ ਨੂੰ ਬਾਹਰਮੁਖੀ ਕਰਕੇ ਆਪਣੇ ਵੱਲ ਖਿੱਚੇ, ਹੋਰ ਕੀ ਹੋ ਸਕਦਾ ਹੈ। ਤੇ ਇਹ ਕਦੀ ਕਿਸੇ ਥਾਂ ਕਿਸੇ ਹਾਲਤ ਵਿੱਚ ਰਸਕ ਕਿਰਤ ਨਹੀਂ। ਹਾਂ ਜੀ, ਉਹਦੇ ਅੰਦਰ ਰਸ ਭਰਿਆ ਹੋਵੇ, ਸਾਡੇ ਰੂਹ ਨੂੰ ਟਿਕਾ ਦੇਣ ਜੋਗੀ ਰਸਲੀਨਤਾ ਉਸ ਵਿੱਚ ਹੋਵੇ, ਫਿਰ ਜੇ ਉਹ ਬਾਹਰਲਾ ਸ਼ਿੰਗਾਰ ਕੇ ਸਾਨੂੰ ਖਿੱਚੇ ਤਾਂ ਜ਼ਰੂਰ ਹੈ ਕਿ ਸਾਨੂੰ ਬਾਹਰਮੁਖੀ ਕਰਕੇ ਖਿੱਚ ਕੇ ਉਹ ਉਸੀ ਤੇਜ਼ੀ ਨਾਲ ਆਪਣੇ ਅੰਦਰ ਰਸ ਦੇ ਦਰਸ਼ਨ ਦੇ ਜ਼ੋਰ ਨਾਲ ਆਤਮਿਕ ਟਿਕਾ ਵਿੱਚ ਖੜੇਗੀ। ਇਉਂ ਯੂਰਪ ਦੀ ਰਸਕ ਕਿਰਤ ਆਪਣੀ ਬਾਹਰ ਦੀ ਨੁਹਾਰ ਨਾਲ ਖਿੱਚ ਕੇ ਧਨੁਖ ਬਾਣ ਵਾਂਗੂ ਛੁੱਟੇ ਤੀਰ ਵਾਂਗ ਜਾ ਕਲੇਜਾ ਵਿੰਦੀ ਹੈ ਤੇ ਕਲੇਜਾ ਵਿੰਨ ਕੇ ਉਸ ਦਰਦ ਜੇ ਵਿੱਚ ਆਤਮਿਕ ਟਿਕਾ ਦਿੰਦੀ ਹੈ। ਪਰ ਪੂਰਬ ਦੀ ਰਸਕ ਕਿਰਤ ਵਿਭੂਤ ਮਲ ਕੇ ਪਹਿਲਾਂ ਤਾਂ ਆਪਣੇ ਦਰ ਆਈਆਂ ਸਭ ਖਿੱਚਾਂ ਨੂੰ ਖੱਟਾ ਜਿਹਾ ਕਰ ਦਿੰਦੀ ਹੈ। ਸਿਰਫ ਉਸ ਖਿੱਚ ਨੂੰ ਖਿੱਚਦੀ ਹੈ ਜਿਹੜੇ ਬਾਹਰ ਦੇ ਪਰਦਿਆਂ ਪਾਰ ਅੰਦਰ ਧੁਰ ਜਾ ਵੱਜਦੀ ਹੈ, ਤੇ ਧੁਰ ਦੀ ਕੋਈ ਅਗੰਮੀ ਮੁਮੁਕਸੂ ਖਿੱਚ ਆਉਂਦੀ ਹੈ ਜਿਹੜੀ ਵਿਰਲੀ ਇਉਂ ਸੱਚ ਨੂੰ ਟੋਲ ਲਈ ਸੱਚੇ ਸਾਧ ਦੇ ਭੈੜੇ ਜਿਹੇ ਬਾਰ ਨੂੰ ਛੱਡ ਅੰਦਰਲੇ ਰਸ ਵਿੱਚ ਪਹੁੰਚਦੀ ਹੈ। ਉਸ ਅੱਗੇ ਉਹ ਸਾਧੂ ਆਪਣੀ ਸਾਰੀ ਕਮਾਈ ਰੱਖ ਦਿੰਦਾ ਹੈ ਤੇ ਉਹਦੇ ਇਸ ਅਨੋਖੀ ਜਿਹੀ ਜਿਸਮ ਨੂੰ ਕਰੂਪ ਕਰਨ ਦੀ ਲੋੜ, ਉਹਦਾ ਅਰਥ ਤੇ ਉਹਦੇ ਅੰਦਰ ਦਾ ਭਾਵ ਖੁੱਲਦਾ ਹੈ। ਪੂਰਬ ਦੀ ਕੁੱਲ ਰਸਕ ਕਿਰਤ ਵੀ ਇਉਂ ਆਪਣੇ ਬਾਹਰ ਨੂੰ ਕੁਝ ਅਨੋਖੇ ਓਪਰਾਪਨ ਵਾਲੀ ਕਰੂਪਤਾ ਕਰ ਅੰਦਰ ਰਸ ਦੀ ਸੱਚਾਈ ਨੂੰ ਲੁਕਾ ਕੇ ਰੱਖਦੀ ਹੈ। ਮਸ਼ਹੂਰ ਹੈ ਕਿ ਪੂਰਬ ਵਿੱਚ ਲਾਲਾਂ ਨੂੰ ਫੱਟੇ ਚੀਥੜਿਆਂ ਵਿੱਚ ਰੱਖਿਆ ਜਾਂਦਾ ਹੈ। ਇਉਂ ਅਸੂਲ ਤੇ ਆਦਰਸ਼ਕ ਦ੍ਰਿਸ਼ਟੀ ਪੂਰਬ ਦੀ ਰਸਕ ਕਿਰਤ ਦੀ ਨੇਮਾਂ ਵਿੱਚ ਸਮਾਈ ਹੋਈ ਹੈ। ਰਸਕ ਕਿਰਤ ਦੀ ਡੈਫੀਨੇਸ਼ਨ ਉਨੀ ਹੀ ਵੱਡੀ ਲੰਮੀ ਗੂੜੀ ਇਤਿਹਾਸਕ ਹੈ ਜਿੰਨਾ ਕਿਸੇ ਕੌਮ ਦੇ ਆਦਰਸ਼ਾਂ ਦਾ ਸਾਰਾ ਕਿੱਸਾ ਤੇ ਉਹਨਾਂ ਦਾ ਅੰਦਰਲਾ ਭੇਦ। ਇੱਕ ਸਾਧੂ ਦੀ ਧੂਣੀ ਕੀ ਹੈ, ਇਸ ਨੂੰ ਦੱਸਣ ਲਈ ਪ੍ਰਾਚੀਨ ਹਿੰਦੁਸਤਾਨ ਦੇ ਸਾਰੇ ਆਤਮਿਕ ਵਿਦਿਆ ਦੇ ਇਤਿਹਾਸ ਦੇ ਗਿਆਨ ਦੀ ਲੋੜ ਪੈਂਦੀ ਹੈ। ਇਉਂ ਹੀ ਕਿਸੇ ਕੌਮ ਦੇ ਇੱਕ ਚਿੱਤਰ ਦੀ ਸਮਝਣ ਲਈ ਉਸ ਕੌਮ ਦੀ ਸਾਰੀ ਅੰਦਰ ਦੀ ਹਾਲਤ ਦੇ ਜਾਣਨ ਦੀ ਲੋੜ ਪੈਂਦੀ ਹੈ। ਇਸ ਕਰਕੇ ਕਿਸੇ ਕੌਮ ਨੂੰ ਸਮਝਣ ਲਈ ਉਸ ਕੌਮ ਦੀ ਰਸਕ ਕਿਰਤ ਦੀਆਂ ਬਣਤਾਂ, ਘਾੜਾ ਤੇ ਚਿੱਤਰਾਂ ਦੀ ਬੋਲੀ ਥੀ ਵਾਕਫ ਹੋਣ ਦੀ ਲੋੜ ਹੁੰਦੀ ਹੈ। ਹਰ ਇੱਕ ਰਸਕ ਕਿਰਤ ਦੀ ਬਣਤ ਆਪੇ ਵਿੱਚ ਸਦਾ ਮੁਕੰਮਲ ਹੁੰਦੀ ਹੈ। ਉਸ ਵਿੱਚ ਕੁੱਲ ਲੰਘ ਗਿਆ ਕਾਲ ਉਸ ਘੜੀ ਲਈ ਠਹਿਰਿਆ ਹੁੰਦਾ ਹੈ, ਜਿਵੇਂ ਉਸ ਅਧਿਆਤਮਕ ਜੀਵਨ ਦੀ ਛਵੀ ਨੂੰ ਦੇਖਣ ਉੱਥੇ ਉਸੇ ਵਿੱਚ ਠਹਿਰ ਗਿਆ ਹੈ। ਰਸਕ ਕਿਰਤ ਬਿਨਾਂ ਰਸਕ ਕਿਰਤੀ ਦੇ ਆਪਣੇ ਰਸ ਦੀ ਮੂਰਤ ਹੋਰ ਕੁਛ ਨਹੀਂ ਹੋ ਸਕਦੀ। ਅੰਦਰਲੇ ਰਸ ਨੂੰ ਕਿਸੇ ਮੂਰਤੀ ਵਿੱਚ, ਕਿਸੇ ਰੂਪ ਵਿੱਚ, ਕਿਸੇ ਚਿੱਤਰ ਮੰਤਰ ਵਿੱਚ ਪ੍ਰਗਟ ਕਰਨਾ, ਇਹ ਰਸਕ ਕਿਰਤ ਦਾ ਅਮਲ ਹੈ।
ਸੁਭਾਵਿਕ ਗੱਲ ਹੈ ਕਿ ਹਰ ਇੱਕ ਮੁਲਕ ਦਾ ਇਸ ਭੇਦ ਤੇ ਪ੍ਰਕਾਸ਼ ਕਰਨ ਦਾ ਤਰੀਕਾ ਆਪੋ ਆਪਣਾ ਹੋਣਾ ਚਾਹੀਦਾ ਹੈ। ਇਸ ਕਰਕੇ ਪੂਰਬ ਤੇ ਪੱਛਮ ਦੀਆਂ ਆਤਮਿਕ ਰੁਚੀਆਂ ਤੇ ਝੁਕਾਵਾਂ ਦਾ ਭੇਦ ਆਪ ਮੁਹਾਰਾ ਜਿੰਨਾ ਆਰਟ ਵਿੱਚ ਪਤਾ ਲੱਗਦਾ ਹੈ ਹੋਰ ਕਿਧਰੇ ਨਹੀਂ ਲੱਗ ਸਕਦਾ। ਆਦਮੀ ਦੇ ਆਪੇ ਵਿੱਚ ਪਾਏ ਰਿਸ਼ਤੇ, ਪਿਆਰ, ਲਗਾਓ ਤੇ ਮੇਲਿਆਂ ਦੇ ਅੰਦਰ ਅੰਦਰ ਅਨੁਭਵ ਕੀਤੇ ਰਸ ਬਿਨਾਂ ਰਸਕ ਕਿਰਤ ਦੇ ਪ੍ਰਗਟ ਨਹੀਂ ਕੀਤੇ ਜਾ ਸਕਦੇ ਤੇ ਇਹ ਰੱਬੀ ਨੇਮ ਹੈ ਕਿ ਰਸ ਪੁੰਗਰ ਕੇ ਅੰਦਰੋਂ ਬਾਹਰ ਵੱਲ ਫੁੱਟਦਾ ਹੈ। ਜਿਵੇਂ ਬੀਜ ਅੰਗੁਰਿਆ ਕਦੀ ਉਗਣ ਥੀ ਬਿਨਾਂ ਰਹਿ ਨਹੀਂ ਸਕਦਾ, ਇਉਂ ਹੀ ਰਸ ਕਿਸੇ ਨਾ ਕਿਸੇ ਤਰ੍ਹਾਂ ਅੰਦਰੋਂ ਬਾਹਰ ਇੱਕ ਨਦੀ ਦੇ ਰਾਗ ਵਾਂਗ ਕਿਸੇ ਲਹਿ ਦੇ ਤਾਲ ਵਿੱਚ ਬਾਹਰ ਆਉਂਦਾ ਹੈ। ਮੂੰਹ ਚੁੰਮਣਾ ਹੁਣ ਇੱਕ ਪਿਆਰ ਦੇ ਰਸ ਦਾ ਸਹਿਜ ਸੁਭਾਅ ਬਾਹਰ ਫੁੱਟ ਆਉਣਾ ਹੈ। ਇਸੇ ਤਰ੍ਹਾਂ ਹਰ ਇੱਕ ਕੌਮ ਸਮਾਂ ਆਪੋ ਆਪਣੇ ਰਸ ਦਾ ਪ੍ਰਭਾਵ ਰਸਕ ਕਿਰਤ ਦੁਆਰਾ ਕਰਦਾ ਹੈ ਤੇ ਰਸਕ ਕਿਰਤ ਬਿਨਾਂ ਸੁਤੰਤਰ ਹੋਈ ਸੁਰਤ ਦੇ ਆਪਣੇ ਅਸਲੇ ਵਿੱਚ ਕਦੀ ਨਹੀਂ ਆਉਂਦੀ, ਨਾ ਵਾਧਾ ਪਾ ਸਕਦੀ ਹੈ। ਇਸ ਵਾਸਤੇ ਨਵੇਂ ਧਰਮ ਦੇ ਆਵੇਸ਼ ਮਗਰ ਰਸਕ ਕਿਰਤ ਦੀ ਇੱਕ ਜੀਂਦੀ ਲਹਿਰ ਆਉਂਦੀ ਹੈ। ਸਿਦਕ ਤੇ ਸੱਚ ਦੇ ਆਵੇਸ਼ ਵਿੱਚ ਸੁਰਤ ਆਪੇ ਵਿੱਚ ਆਈ ਹੋਈ ਕਿਸੇ ਅਚਰਜ ਰੰਗ ਵਿੱਚ ਰਸਕ ਕਿਰਤ ਨੂੰ ਸੁਰਜੀਤ ਕਰਦੀ ਹੈ। ਬੁੱਧ ਦੇਵ ਦੇ ਅਵਤਾਰ ਮਗਰੋਂ ਕੁੱਲ ਏਸ਼ੀਆ ਵਿੱਚ ਰਸਕ ਕਿਰਤ ਦਾ ਅਜੀਬ ਵਾਧਾ ਤੇ ਫੈਲਾਓ ਤੇ ਨਿਰਾਲੇ ਭਾਵਾਂ ਦੇ ਪ੍ਰਕਾਸ਼ ਹੋਏ। ਇਸੇ ਤਰ੍ਹਾਂ ਈਸਾਈਅਤ ਯੂਰਪ ਵਿੱਚ ਫੈਲਣ ਨਾਲ ਉਸ ਪਵਿੱਤਰ ਸਿਦਕ ਦੇ ਪਿੱਛੇ ਰਸਕ ਕਿਰਤ ਨਵੇਂ ਵੇਸ ਪਾ ਨਿਕਲੀ। ਯੂਨਾਨ ਦਾ ਆਵੇਸ਼ ਇਨਸਾਨੀ ਜਿਸਮੀ ਪੂਰਨਤਾ ਸੀ, ਈਸਾਈ ਆਵੇਸ਼ ਨਾਲ ਸੁਰਤ ਦੇ ਸੋਹਣਬ ਦੇ ਖੇੜੇ ਦੇ ਰੰਗ ਖਿਲੇ। ਉਕਾਕੁਰਾਂ ਨੇ ਬੜੇ ਨਿਹਚਾ ਦਿਲਾਉਣ ਵਾਲੇ ਤਰੀਕੇ ਨਾਲ ਆਪਣੀ ਪੋਥੀ ਪੂਰਬ ਦੀ ਰਸਕ ਕਿਰਤ ਦੇ ਆਦਰਸ਼ ਵਿੱਚ ਸਿੱਧ ਕੀਤਾ ਹੈ ਕਿ ਰਸਕ ਕਿਰਤ ਦੇ ਨੁਕਤੇ ਥੀ ਸਾਰਾ ਏਸ਼ੀਆ ਇੱਕ ਟੱਬਰ ਵਾਂਗ ਹੈ, ਔਰ ਕੀ ਹਿੰਦੁਸਤਾਨ, ਕੀ ਚੀਨ, ਈਰਾਨ, ਜਾਪਾਨ ਸਭ ਇੱਕ ਮੁੱਢ ਦੀਆਂ ਕਈ ਸ਼ਾਖਾ ਹਨ ਤੇ ਆਪ ਦੱਸਦੇ ਹਨ ਕਿ ਕਦੀ ਏਸ਼ੀਆ ਦੀ ਰਸਕ ਕਿਰਤ ਇੱਕ ਥਾਂ ਵਿੱਚ ਸੀ ਤੇ ਉਥੋਂ ਟੁਰ ਕੇ ਸਾਰੇ ਫੈਲੀ ਹੈ। ਉਧਰ ਹੈਲਾਸ ਦੇ ਕੰਢੇ ਯੂਨਾਨ ਵਿੱਚ ਤੇ ਧੁਰ ਪੱਛਮ ਆਇਰਲੈਂਡ ਦੀ ਧਰਤ ਉੱਪਰ ਤੇ ਇਧਰ ਮਿਸਰ, ਚੀਨ, ਹਿੰਦੁਸਤਾਨ ਉੱਤੇ ਉਸ ਇੱਕ ਥਾਂ ਥੀ ਚਲੇ ਦਰਿਆ ਨੇ ਆਪਣੇ ਛਲ ਦੀ ਛਾਉਂ ਦੇ ਨਿਸ਼ਾਨ ਛੱਡੇ ਹਨ। ਤੇ ਜਿਵੇਂ ਸਿਸਟਰ ਨਿਵੇਦਿਤਾ ਕਹਿੰਦੀ ਹੈ, ਕੁੱਲ ਏਸ਼ੀਆ ਦੀ ਰਸਕ ਕਿਰਤ ਦਾ ਸੋਮਾ ਇੱਕ ਹੋਣ ਨਾਲ ਹੀ ਉਹ ਦਿਲ ਨੂੰ ਨਿੱਕਾ ਤੇ ਕਮੀਨਾ ਕਰਨ ਵਾਲੇ ਝਗੜੇ ਕਿ ਯੂਨਾਨ ਨੇ ਹਿੰਦੁਸਤਾਨ ਦੀ ਰਸਕ ਕਿਰਤ ਨੂੰ ਇੰਜ ਉੱਚਾ ਕੀਤਾ ਤੇ ਫਲਾਣੇ ਨੇ ਉਂਝ ਕੀਤਾ, ਸਦਾ ਲਈ ਸ਼ਾਂਤ ਹੋ ਜਾਂਦੇ ਹਨ। ਯੂਨਾਨ ਇਉਂ ਤਾਂ ਉਸ ਪ੍ਰਾਚੀਨ ਸਭਿਅ ਏਸ਼ੀਆ ਦਾ ਇੱਕ ਸੂਬਾ ਬਣ ਜਾਂਦਾ ਹੈ ਤੇ ਇਹ ਪ੍ਰਾਚੀਨ ਏਸ਼ੀਆ ਕੁੱਲ ਰਸਕ ਕਿਰਤਾਂ ਤੇ ਵੇਖ ਦੀਆਂ ਸਭਿਅਤਾ ਦਾ ਉਸ ਤਰ੍ਹਾਂ ਇੱਕ ਆਵੇਸ਼ ਵਾਲਾ ਭਾਰਾ ਪਿੱਛਾ ਹੋ ਜਾਂਦਾ ਹੈ, ਜਿਸ ਤਰ੍ਹਾਂ ਸਵੀਡਨ, ਨਾਰਵੇ ਦੇ ਪ੍ਰਾਚੀਨ ਅਸਗਰਡ ਕੁੱਲ ਨਾਰਸੀ ਪੁਰਾਣਾ ਦਾ ਸੋਮਾ ਹਨ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।